ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ 'ਚ। ਮੈਂ ਤੇ ਮੇਰੀਆਂ 4 ਧੀਆਂ ਬੇਬਸੀ ਨਾਲ ਦਰਵਾਜ਼ੇ ਦੇ ਖੜਕਣ ਦੀ ਉਡੀਕ ਕਰ ਰਹੀਆਂ ਸੀ। ਸਾਡੀਆਂ ਨਜ਼ਰਾਂ ਦਰਵਾਜ਼ੇ ਤੇ ਹੀ ਟਿਕੀਆਂ ਹੋਈਆਂ ਸਨ। ਜਿਵੇਂ ਹੀ ਸ਼ਾਮ ਦੇ 6 ਵਜੇ ਤੇ ਦਰਵਾਜ਼ੇ ਤੇ ਦਸਤਕ ਹੋਈ। ਦਸਤਕ ਸੁਣ ਕੇ ਮੈਂ ਤੇ ਮੇਰੀ ਧੀਆਂ ਦੇ ਚਿਹਰੇ ਤੇ ਖੁਸ਼ੀ ਛਾ ਗਈ। ਮੈਂ ਤੇਜ਼ੀ ਨਾਲ ਦਰਵਾਜ਼ੇ ਵੱਲ ਜਾਣ ਲੱਗੀ ਤੇ ਜਦੋਂ ਮੈਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਪਿਛਲੇ ਦਿਨਾਂ ਵਾਂਗ ਅੱਜ ਵੀ ਕਿਸੇ ਨੇ ਸਾਡੇ ਦਰਵਾਜ਼ੇ ਦੇ ਸਾਹਮਣੇ ਇੱਕ ਲਿਫਾਫਾ ਰੱਖਿਆ ਹੋਇਆ ਸੀ, ਜਿਸ 'ਚ ਘਰ ਦਾ ਰਾਸ਼ਨ ਸੀ। ਮੈਂ ਉਹ ਲਿਫਾਫਾ ਦੇਖਿਆ ਤੇ ਚਾਰੇ ਪਾਸੇ ਦੇਖਣ ਲੱਗੀ, ਪਰ ਆਸ-ਪਾਸ ਕੋਈ ਵੀ ਨਹੀਂ ਸੀ। ਅੱਜ ਲਗਭਗ 15 ਦਿਨ ਹੋ ਗਏ ਸਨ। ਸਾਡੇ ਘਰ 6 ਵਜੇ ਕੋਈ ਦਰਵਾਜ਼ਾ ਖੜਕਾਉਂਦਾ ਤੇ ਇਹ ਲਿਫਾਫਾ ਰੱਖ ਕੇ ਚਲਾ ਜਾਂਦਾ। ਇਸ 'ਚ 2-3 ਦਿਨ ਦਾ ਰਾਸ਼ਨ ਦਾ ਸਮਾਨ ਹੁੰਦਾ ਸੀ, ਪਰ ਆਸ-ਪਾਸ 'ਚ ਕੋਈ ਵੀ ਨਾ ਹੁੰਦਾ। ਸ਼ੁਰੂ 'ਚ ਤਾਂ ਇਹ ਉਠਾਉਂਦੇ ਹੋਏ ਬਹੁਤ ਅਜੀਬ ਜਿਹਾ ਲੱਗਦਾ ਸੀ, ਪਰ ਘਰ 'ਚ ਕੁਝ ਖਾਣ ਪੀਣ ਨੂੰ ਨਹੀਂ ਸੀ, ਇਸ ਲਈ ਮਜਬੂਰਨ ਮੈਨੂੰ ਇਹ ਲਿਫਾਫਾ ਚੁੱਕਣਾ ਪੈਂਦਾ ਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਕੌਣ ਰੱਖ ਕੇ ਜਾਂਦਾ ਹੈ ਤੇ ਕਿੱਥੋਂ ਆਉਂਦਾ ਹੈ। ਪਹਿਲੀ ਵਾਰ ਮੈਂ ਇਹ ਲਿਫਾਫਾ ਉਠਾਇਆ ਸੀ ਤੇ ਖੋਲ੍ਹ ਕੇ ਦੇਖਿਆ ਤਾਂ ਇਸ 'ਚ ਰਾਸ਼ਨ ਸੀ। ਮੈਨੂੰ ਬਹੁਤ ਖੁਸ਼ੀ ਹੋਈ ਸੀ ਤੇ ਨਾਲ ਹੀ ਹੈਰਾਨੀ ਵੀ, ਕਿਉਂਕਿ ਅੱਜ ਦੇ ਸਮੇਂ 'ਚ ਕੌਣ ਕਿਸੇ ਦੀ ਮਦਦ ਕਰਦਾ ਹੈ, ਪਰ ਭਲਾ ਹੋਵੇ ਉਸ ਆਦਮੀ ਦਾ ਜਿਸ ਨੇ ਸਾਡੇ ਲਈ ਖਾਣ ਪੀਣ ਦਾ ਇੰਤਜ਼ਾਮ ਕੀਤਾ। ਹੁਣ ਅਸੀਂ ਰੋਜ਼ ਇਸੇ ਚੋਂ ਹੀ ਕੱਢ ਕੇ ਖਾਣਾ ਬਣਾਉਂਦੇ ਤੇ ਪੇਟ ਭਰ ਕੇ ਖਾਂਦੇ ਸੀ। ਅੱਜ ਜਦੋਂ ਦਰਵਾਜ਼ੇ ਤੇ ਦਸਤਕ ਹੋਈ ਤੇ ਮੈਂ ਲਿਫਾਫਾ ਚੁੱਕਣ ਲੱਗੀ ਤਾਂ ਮੇਰੀ ਨਜ਼ਰ ਗਲੀ ਦੇ ਮੋੜ ਤੇ ਪਈ, ਜਿੱਥੇ ਪੰਡਤ ਜੀ ਖੜੇ ਸਨ। ਉਹ ਲੁੱਕ ਕੇ ਸਾਡੇ ਘਰ ਵੱਲ ਹੀ ਦੇਖ ਰਹੇ ਸਨ। ਜਦੋਂ ਮੈਂ ਲਿਫਾਫਾ ਚੁੱਕਿਆ ਤੇ ਘਰ ਦੇ ਅੰਦਰ ਲੈ ਕੇ ਗਈ ਤਾਂ ਘਰ ਦੇ ਅੰਦਰੋਂ ਹੀ ਮੈਂ ਦਰਵਾਜ਼ੇ ਦੇ ਓਹਲਿਓਂ ਬਾਹਰ ਦੇਖਣ ਲੱਗੀ। ਉਹਨਾਂ ਨੂੰ ਲੱਗਿਆ ਕਿ ਮੈਂ ਅੰਦਰ ਚਲੀ ਗਈ ਹਾਂ। ਉਹਨਾਂ ਨੇ ਆਪਣੀ ਜੇਬ 'ਚੋਂ ਫੋਨ ਕੱਢ ਕੇ ਕਿਸੇ ਨੂੰ ਮਿਲਾਇਆ ਤੇ ਉਹ ਬਹੁਤ ਖੁਸ਼ੀ ਨਾਲ ਕਿਸੇ ਨੂੰ ਦੱਸ ਰਹੇ ਸਨ ਕਿ ਕੰਮ ਹੋ ਗਿਆ ਹੈ। ਅੱਜ ਫਿਰ ਲਿਫਾਫਾ ਅੰਦਰ ਜਾ ਚੁੱਕਾ ਹੈ। ਮੈਂ ਉਹਨਾਂ ਦੀ ਇਹ ਗੱਲ ਸੁਣ ਲਈ ਸੀ। ਉਹਨਾਂ ਦੀ ਗੱਲ ਸੁਣ ਕੇ ਮੈਂ ਸੋਚਣ 'ਚ ਪੈ ਗਈ ਕਿ ਇਹ ਕਿਸ ਨੂੰ ਮੇਰੀ ਖਬਰ ਦੇ ਰਹੇ ਹਨ ਕਿ ਸਾਡੇ ਘਰ ਦੇ ਸਾਹਮਣੇ ਲਿਫਾਫਾ ਇਹ ਖੁਦ ਹੀ ਰੱਖਦੇ ਹਨ। ਪਰ ਉਹ ਅਜਿਹਾ ਕਿਵੇਂ ਕਰ ਸਕਦਾ ਹੈ? ਉਹ ਤਾਂ ਖੁਦ ਇੱਕ ਗਰੀਬ ਇਨਸਾਨ ਹੈ ਤੇ 2 ਟਾਈਮ ਦਾ ਖਾਣਾ ਇਹਨਾਂ ਕੋਲ ਮੁਹੱਲੇ ਦੇ ਘਰੋਂ ਜਾਂਦਾ ਸੀ। ਫਿਰ ਉਹ ਇਹ ਸਭ ਕਿਸ ਦੇ ਕਹਿਣ ਤੇ ਕਰ ਰਹੇ ਹਨ? ਸਾਡੀ ਮਦਦ ਕੌਣ ਕਰ ਰਿਹਾ ਹੈ? ਮੇਰੇ ਪਤੀ ਦੇ ਦੇਹਾਂਤ ਤੋਂ ਬਾਅਦ ਮੁਹੱਲੇ ਵਾਲਿਆਂ ਨੇ ਸਾਡੇ ਘਰ ਆਉਣਾ ਜਾਣਾ ਛੱਡ ਦਿੱਤਾ ਸੀ। ਸਾਡੀ ਇਸ ਤਰ੍ਹਾਂ ਦੀ ਮਦਦ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਮੈਂ ਇਹ ਸਭ ਗੱਲਾਂ ਸੋਚ ਹੀ ਰਹੀ ਸੀ। ਅਚਾਨਕ ਮੈਨੂੰ ਖਿਆਲ ਆਇਆ ਕਿ ਇਹ ਜੋ ਖਾਣਾ ਆਉਂਦਾ ਹੈ ਇਹ ਸਹੀ ਵੀ ਹੈ ਜਾਂ ਨਹੀਂ। ਸਾਨੂੰ ਇਸ ਲਿਫਾਫੇ 'ਚੋਂ ਕੋਈ ਕੁਝ ਮਿਲਾ ਕੇ ਤਾਂ ਨਹੀਂ ਦੇ ਰਿਹਾ। ਇਹ ਸੋਚ ਕੇ ਹੀ ਮੇਰੇ ਹੱਥ ਪੈਰ ਠੰਡੇ ਪੈ ਗਏ ਤੇ ਮੈਨੂੰ ਪਸੀਨਾ ਆਉਣ ਲੱਗਿਆ। ਮੈਂ ਇਹ ਸਭ ਸੋਚ ਹੀ ਰਹੀ ਸੀ ਕਿ ਮੇਰੀ ਬੇਟੀ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਕਿ ਮਾਂ, ਤੁਸੀਂ ਅਜੇ ਤੱਕ ਇੱਥੇ ਕਿਉਂ ਖੜੇ ਹੋ? ਜਲਦੀ ਆ ਕੇ ਸਾਨੂੰ ਖਾਣਾ ਦਿਓ, ਸਾਨੂੰ ਬਹੁਤ ਭੁੱਖ ਲੱਗੀ ਹੈ। ਮੇਰੀ ਬੇਟੀ ਮੇਰਾ ਹੱਥ ਖਿੱਚ ਕੇ ਮੈਨੂੰ ਅੰਦਰ ਵੱਲ ਲੈ ਗਈ। ਅਸੀਂ ਲਿਫਾਫਾ ਖੋਲ੍ਹ ਕੇ ਦੇਖਿਆ ਤਾਂ ਹਮੇਸ਼ਾ ਵਾਂਗੀ ਉਸ 'ਚ ਘਰ ਦਾ ਸਾਰਾ ਰਾਸ਼ਨ ਸੀ। ਮੈਂ ਜਲਦੀ ਨਾਲ ਆਟਾ ਕੱਢਿਆ ਤੇ ਗੁੰਨ ਕੇ ਰੋਟੀ ਬਣਾਉਣੀ ਤੇ ਮੇਰੀ ਵੱਡੀ ਬੇਟੀ ਨੇ ਸਬਜ਼ੀ ਬਣਾਉਣੀ ਰੱਖੀ। ਖਾਣਾ ਬਣਨ ਤੋਂ ਬਾਅਦ ਅਸੀਂ ਸਾਰਿਆਂ ਨੇ ਖਾਣਾ ਖਾਧਾ ਤੇ ਸੌਣ ਲਈ ਪੈ ਗਏ। ਤਦ ਮੇਰੀ ਛੋਟੀ ਬੇਟੀ ਮੈਨੂੰ ਪੁੱਛਣ ਲੱਗੀ ਕਿ ਮਾਂ, ਸਾਨੂੰ ਇਹ ਖਾਣਾ ਕੌਣ ਦੇ ਕੇ ਜਾਂਦਾ ਹੈ? ਕੌਣ ਹੈ ਜੋ ਇਸ ਸਮੇਂ ਸਾਡੀ ਮਦਦ ਕਰ ਰਿਹਾ ਹੈ? ਅੱਜ ਦੇ ਸਮੇਂ ਤਾਂ ਆਪਣੇ ਵੀ ਨਹੀਂ ਪੁੱਛਦੇ ਤੇ ਇਹ ਇਨਸਾਨ ਸਾਨੂੰ ਆਪਣੀ ਪਹਿਚਾਣ ਦੱਸੇ ਬਿਨਾਂ ਸਾਡੀ ਇੰਨੀ ਮਦਦ ਕਰਦਾ ਹੈ। ਕਿਤੇ ਕੋਈ ਸਾਡੀ ਮਜਬੂਰੀ ਦਾ ਫਾਇਦਾ ਤਾਂ ਨਹੀਂ ਉਠਾ ਰਿਹਾ? ਇਹ ਸਵਾਲ ਤਾਂ ਮੇਰੇ ਵੀ ਦਿਮਾਗ 'ਚ ਚੱਲ ਰਹੇ ਸਨ, ਪਰ ਮੇਰੇ ਕੋਲ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ। ਮੈਂ ਚਾਹ ਕੇ ਵੀ ਉਹ ਰਾਸ਼ਨ ਲੈਣ ਤੋਂ ਇਨਕਾਰ ਨਹੀਂ ਕਰ ਸਕਦੀ ਸੀ, ਕਿਉਂਕਿ ਸਾਡੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀਗਾ। ਮੇਰੀ ਵੱਡੀ ਬੇਟੀ ਛੋਟੀ ਬੇਟੀ ਨੂੰ ਕਹਿਣ ਲੱਗੀ ਕਿ ਜਿਵੇਂ ਦੁਨੀਆ 'ਚ ਬੁਰੇ ਲੋਕ ਹੁੰਦੇ ਹਨ, ਉਸੇ ਤਰ੍ਹਾਂ ਚੰਗੇ ਲੋਕ ਵੀ ਹੁੰਦੇ ਹਨ। ਹੋ ਸਕਦਾ ਹੈ ਕਿ ਕੋਈ ਚੰਗੇ ਦਿਲ ਨਾਲ ਸਾਡੀ ਮਦਦ ਕਰ ਰਿਹਾ ਹੋਵੇ ਤੇ ਤੂੰ ਰੋਜ਼ ਕਿਉਂ ਇਹ ਵਾਰ-ਵਾਰ ਸਵਾਲ ਕਰਨ ਲੱਗ ਜਾਂਦੀ ਹੈ? ਹੁਣ ਚੁੱਪਚਾਪ ਸੋ ਜਾ ਤੇ ਸਾਨੂੰ ਵੀ ਸੌਣ ਦੇ। ਮੇਰੀਆਂ ਦੋਵੇਂ ਬੇਟੀਆਂ ਸੋ ਗਈਆਂ, ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੇਰੇ ਦਿਲ 'ਚ ਵਾਰ-ਵਾਰ ਗਲਤ ਖਿਆਲ ਆ ਰਹੇ ਸਨ ਤੇ ਪੰਡਤ ਦੀ ਉਹ ਹਰਕਤ ਜ਼ਿਆਦਾ ਸੋਚਣ ਤੇ ਮਜਬੂਰ ਕਰ ਰਹੀ ਸੀ। ਇਹੀ ਗੱਲਾਂ ਸੋਚਦੇ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਸਾਡਾ ਰਾਸ਼ਨ 2 ਦਿਨ ਤੱਕ ਚੱਲਿਆ ਤੇ ਫਿਰ ਖਤਮ ਹੋ ਗਿਆ। 2 ਦਿਨ ਬਾਅਦ ਫਿਰ ਅਸੀਂ ਰਾਸ਼ਨ ਦੇ ਆਉਣ ਦੀ ਉਡੀਕ ਕਰਨ ਲੱਗੇ। ਅਸੀਂ ਉਡੀਕ ਕਰ ਹੀ ਰਹੇ ਸੀ ਕਿ 6 ਵਜਦੇ ਹੀ ਕਿਸੇ ਨੇ ਸਾਡੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਮੈਂ ਦਰਵਾਜ਼ੇ ਵੱਲ ਭੱਜੀ। ਹਰ ਵਾਰ ਵਾਂਗ ਇਸ ਵਾਰ ਵੀ ਦਰਵਾਜ਼ੇ ਦੇ ਬਾਹਰ ਰਾਸ਼ਨ ਵਾਲਾ ਲਿਫਾਫਾ ਰੱਖਿਆ ਹੋਇਆ ਸੀ। ਮੈਂ ਲਿਫਾਫਾ ਅੰਦਰ ਕੀਤਾ ਤੇ ਦਰਵਾਜ਼ਾ ਬੰਦ ਕਰਕੇ ਚੁੱਪਚਾਪ ਇੱਕ ਕੋਨੇ 'ਚੋਂ ਬਾਹਰ ਵੱਲ ਦੇਖਣ ਲੱਗੀ। ਅੱਜ ਵੀ ਪੰਡਿਤ ਜੀ ਗਲੀ ਦੇ ਕੋਨੇ ਤੇ ਲੁੱਕ ਕੇ ਮੈਨੂੰ ਹੀ ਦੇਖ ਰਹੇ ਸਨ ਤੇ ਲਿਫਾਫਾ ਅੰਦਰ ਲਿਜਾਣ ਤੋਂ ਬਾਅਦ ਉਹਨਾਂ ਨੇ ਫਿਰ ਆਪਣਾ ਫੋਨ ਕੱਢ ਕੇ ਕਿਸੇ ਨੂੰ ਕੀਤਾ ਤੇ ਉਹੀ ਗੱਲ ਕਹੀ ਜੋ ਪਹਿਲਾਂ ਕਹੀ ਸੀ ਕਿ ਤੁਹਾਡਾ ਕੰਮ ਹੋ ਗਿਆ ਹੈ।
ਮੈਂ ਉਹਨਾਂ ਦੀ ਗੱਲ ਸੁਣ ਕੇ ਘਬਰਾ ਗਈ ਤੇ ਅੰਦਰ ਵੱਲ ਜਾਣ ਲੱਗੀ। ਮੈਂ ਬਹੁਤ ਕੁਝ ਸੋਚਣ ਤੋਂ ਮਜਬੂਰ ਹੋ ਗਈ ਸੀ, ਪਰ ਮੈਂ ਕੀ ਕਰਦੀ। ਮੈਂ ਆਪਣੀਆਂ ਧੀਆਂ ਨੂੰ ਖਾਣਾ ਬਣਾ ਕੇ ਦਿੱਤਾ ਤੇ ਅਸੀਂ ਸਾਰਿਆਂ ਨੇ ਖਾਣਾ ਖਾਧਾ, ਪਰ ਅੱਜ ਖਾਣਾ ਖਾਣ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਚੱਕਰ ਆਉਣ ਲੱਗੇ, ਜਿਸ ਕਰਕੇ ਸਾਨੂੰ ਇੱਕਦਮ ਨੀਂਦ ਆ ਗਈ। ਅਗਲੇ ਦਿਨ ਦੁਪਹਿਰ 2 ਵਜੇ ਦੇ ਲਗਭਗ ਮੇਰੀ ਅੱਖ ਖੁੱਲੀ। ਜਦੋਂ ਮੈਂ ਉੱਠ ਕੇ ਬੈਠੀ ਤਾਂ ਮੇਰਾ ਸਿਰ ਚਕਰਾ ਰਿਹਾ ਸੀ ਤੇ ਮੇਰੀਆਂ ਅੱਖਾਂ ਬਹੁਤ ਲਾਲ ਹੋ ਰਹੀਆਂ ਸਨ। ਮੈਨੂੰ ਇੱਕਦਮ ਆਪਣੀਆਂ ਧੀਆਂ ਦਾ ਖਿਆਲ ਆਇਆ ਤਾਂ ਮੈਂ ਉੱਠ ਕੇ ਉਹਨਾਂ ਵੱਲ ਦੇਖਿਆ। ਉਹ ਵੀ ਅਜੇ ਤੱਕ ਬੇਫਿਕਰ ਹੋ ਕੇ ਸੋ ਰਹੀਆਂ ਸਨ। ਮੈਂ ਉਹਨਾਂ ਨੂੰ ਦੇਖ ਕੇ ਘਬਰਾ ਗਈ। ਮੈਂ ਜਲਦੀ ਦੇਨੇ ਉਹਨਾਂ ਨੂੰ ਉਠਾਇਆ। ਥੋੜੀ ਦੇਰ ਬਾਅਦ ਉਹ ਜਾਗ ਗਈਆਂ ਤਾਂ ਮੇਰੀ ਜਾਨ 'ਚ ਜਾਨ ਆਈ। ਉਹਨਾਂ ਦੀ ਹਾਲਤ ਵੀ ਮੇਰੇ ਵਾਂਗ ਹੀ ਹੋ ਰਹੀ ਸੀ। ਉਹ ਚਾਰੇ ਵੀ ਆਪਣਾ ਸਿਰ ਫੜ ਕੇ ਬੈਠੀਆਂ ਸਨ। ਮੈਂ ਆਪਣਾ ਸਿਰ ਫੜਦੇ ਹੋਏ ਉੱਠੀ ਤੇ ਆਪਣੀਆਂ ਧੀਆਂ ਨੂੰ ਵੀ ਕਿਹਾ ਕਿ ਉੱਠ ਕੇ ਹੱਥ ਮੂੰਹ ਧੋ ਲਓ, ਤੁਹਾਨੂੰ ਚੰਗਾ ਲੱਗੇਗਾ। ਸਾਰਿਆਂ ਨੇ ਹੱਥ ਮੂੰਹ ਧੋਤਾ ਤਾਂ ਤਬੀਅਤ 'ਚ ਕੁਝ ਸੁਧਾਰ ਲੱਗਿਆ। ਫਿਰ ਮੈਂ ਉਹਨਾਂ ਨੂੰ ਨਾਸ਼ਤਾ ਬਣਾ ਕੇ ਦਿੱਤਾ। ਜਿਵੇਂ ਹੀ ਅਸੀਂ ਬੁਰਕੀ ਮੂੰਹ 'ਚ ਪਾਈ ਤਾਂ ਸਾਨੂੰ ਸਾਰਿਆਂ ਨੂੰ ਉਲਟੀਆਂ ਆਉਣ ਲੱਗੀਆਂ। ਸਾਡੀ ਸਾਰਿਆਂ ਦੀ ਹਾਲਤ ਖਰਾਬ ਹੋਣ ਲੱਗੀ। ਮੈਂ ਸੋਚਣ ਲੱਗੀ ਕਿ ਜੋ ਰਾਸ਼ਨ ਆਂਦਾ ਹੈ ਉਸ 'ਚ ਕੁਝ ਮਿਲਾਇਆ ਹੋਇਆ ਸੀ। ਕਿ ਉਹ ਜ਼ਹਿਰੀਲਾ ਸੀ? ਇਹ ਗੱਲਾਂ ਸੋਚ ਕੇ ਮੈਂ ਪਰੇਸ਼ਾਨ ਹੋ ਰਹੀ ਸੀ ਕਿ ਮੇਰੀ ਧੀਆਂ ਦੀ ਹਾਲਤ ਹੋਰ ਜ਼ਿਆਦਾ ਵਿਗੜਨ ਲੱਗੀ। ਮੈਂ ਆਪਣੀਆਂ ਧੀਆਂ ਨੂੰ ਲੈ ਕੇ ਡਾਕਟਰ ਕੋਲ ਗਈ। ਸਾਡੇ ਘਰ ਦੇ ਨਾਲ ਹੀ ਇੱਕ ਸਰਕਾਰੀ ਹਸਪਤਾਲ ਸੀ। ਡਾਕਟਰ ਨੇ ਸਾਡਾ ਸਾਰਿਆਂ ਦਾ ਚੈੱਕਅਪ ਕੀਤਾ ਤੇ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਨੇ ਜੋ ਸਾਨੂੰ ਦੱਸਿਆ ਉਹ ਸੁਣ ਕੇ ਮੇਰੇ ਸਿਰ ਤੇ ਜਿਵੇਂ ਪਹਾੜ ਡਿੱਗ ਪਿਆ। ਅਸੀਂ ਸਾਰੇ ਇੱਕ ਦੂਜੇ ਨੂੰ ਹੈਰਾਨੀ ਨਾਲ ਦੇਖਣ ਲੱਗੇ। ਇਹ ਖਬਰ ਸਾਡੇ ਲਈ ਮੌਤ ਤੋਂ ਘੱਟ ਨਹੀਂ ਸੀ। ਇਹ ਖਬਰ ਸੁਣਨ ਤੋਂ ਚੰਗਾ ਤਾਂ ਅਸੀਂ ਮਰ ਜਾਣਾ ਪਸੰਦ ਕਰਦੇ। ਅਸੀਂ ਇੱਕ ਦੂਜੇ ਨਾਲ ਨਜ਼ਰ ਨਹੀਂ ਮਿਲਾ ਪਾ ਰਹੇ ਸੀ। ਆਖਰ ਅਜਿਹਾ ਕਿਵੇਂ ਹੋ ਸਕਦਾ ਹੈ ਜੋ ਸਾਡੇ ਪੰਜਾਂ ਨਾਲ ਹੋਇਆ ਸੀ? ਅਸੀਂ ਇੱਕ ਹੀ ਸਮੇਂ ਇਕੱਠੇ ਪ੍ਰੈਗਨੈਂਟ ਸੀ। ਮੇਰੇ ਨਾਲ ਮੇਰੀਆਂ ਧੀਆਂ ਦੇ ਚਿਹਰੇ ਦਾ ਰੰਗ ਵੀ ਉੱਡ ਗਿਆ ਸੀ। ਮੈਂ ਡਾਕਟਰ ਨੂੰ ਦੱਸਿਆ ਕਿ ਮੇਰੀਆਂ ਧੀਆਂ ਦਾ ਤਾਂ ਅਜੇ ਤੱਕ ਵਿਆਹ ਵੀ ਨਹੀਂ ਹੋਇਆ ਤੇ ਮੈਂ ਵੀ ਵਿਧਵਾ ਹਾਂ। ਮੇਰਾ ਕੋਈ ਬੇਟਾ ਵੀ ਨਹੀਂ ਹੈ। ਅਸੀਂ ਚਾਰੇ ਘਰ 'ਚ ਇਕੱਲੀਆਂ ਹੀ ਰਹਿੰਦੀਆਂ ਹਨ। ਸਾਡੇ ਘਰ ਕੋਈ ਮਰਦ ਵੀ ਆਉਂਦਾ ਜਾਂਦਾ ਨਹੀਂ ਹੈ ਤੇ ਜਦੋਂ ਸਾਡੇ ਘਰ ਕੋਈ ਮਰਦ ਨਹੀਂ ਆਉਂਦਾ ਤਾਂ ਅਸੀਂ ਪ੍ਰੈਗਨੈਂਟ ਕਿਵੇਂ ਹੋ ਸਕਦੇ ਹਾਂ? ਡਾਕਟਰ ਨੇ ਮੈਨੂੰ ਹੈਰਾਨੀ ਨਾਲ ਦੇਖਿਆ ਤੇ ਬੋਲੀ ਕਿ ਇਹ ਪੁਲਿਸ ਕੇਸ ਹੈ। ਤੁਸੀਂ ਪੁਲਿਸ ਕੋਲ ਜਾਓ ਤੇ ਸਭ ਕੁਝ ਦੱਸੋ ਤੇ ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਮੈਂ ਖੁਦ ਤੁਹਾਡੀ ਰਿਪੋਰਟ ਕਰਵਾ ਦੇਵਾਂਗੀ। ਡਾਕਟਰ ਦਾ ਅਜਿਹਾ ਅੰਦਾਜ਼ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਇਹ ਸਾਡੀ ਪਰੇਸ਼ਾਨੀ ਸਮਝਣ ਦੀ ਥਾਂ ਸਾਨੂੰ ਧਮਕੀ ਕਿਉਂ ਦੇ ਰਹੀ ਹੈ। ਅਸੀਂ ਅਜਿਹਾ ਕਿਹੜਾ ਪਾਪ ਕਰ ਦਿੱਤਾ? ਅਸੀਂ ਤਾਂ ਖੁਦ ਪਰੇਸ਼ਾਨ ਹਾਂ। ਸਾਡੇ ਨਾਲ ਤਾਂ ਖੁਦ ਕਿਸੇ ਨੇ ਗਲਤ ਕੀਤਾ ਹੈ। ਪਰ ਮੈਂ ਉਸ ਡਾਕਟਰ ਨੂੰ ਕੁਝ ਨਹੀਂ ਕਿਹਾ ਤੇ ਮੈਂ ਚੁੱਪਚਾਪ ਹਸਪਤਾਲ 'ਚੋਂ ਬਾਹਰ ਆ ਗਈ ਤੇ ਪੁਲਿਸ ਸਟੇਸ਼ਨ ਵੱਲ ਜਾਣ ਲੱਗੀ। ਪੁਲਿਸ ਸਟੇਸ਼ਨ ਕੋਲ ਜਾਂਦੇ ਹੀ ਮੇਰੇ ਕਦਮ ਅੰਦਰ ਜਾਣ ਲਈ ਨਹੀਂ ਵੱਧ ਰਹੇ ਸਨ। ਮੈਂ ਬਹੁਤ ਘਬਰਾ ਰਹੀ ਸੀ ਤੇ ਮੈਨੂੰ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਜੇਕਰ ਪੁਲਿਸ ਨੇ ਮੇਰੀ ਗੱਲ ਨਹੀਂ ਮੰਨੀ ਤੇ ਉਲਟਾ ਸਾਡੇ ਤੇ ਹੀ ਦੋਸ਼ ਲਗਾ ਦਿੱਤਾ ਤਾਂ ਮੈਂ ਕੀ ਕਰਾਂਗੀ, ਕਿਉਂਕਿ ਮੈਂ ਇਸ ਮੁਸ਼ਕਲ 'ਚ ਇਕੱਲੀ ਨਹੀਂ ਸੀ। ਮੇਰੀਆਂ 4 ਜਵਾਨ ਬੇਟੀਆਂ ਵੀ ਸਨ। ਮੈਂ ਆਪਣੀ ਬੇਇੱਜ਼ਤੀ ਤਾਂ ਬਰਦਾਸ਼ਤ ਕਰ ਸਕਦੀ ਸੀ, ਪਰ ਮੇਰੀਆਂ ਧੀਆਂ ਦੇ ਚਰਿੱਤਰ ਤੇ ਕੋਈ ਉਂਗਲ ਚੁੱਕੇ ਇਹ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰਦੀ। ਉਂਝ ਵੀ ਸਾਡਾ ਇਸ ਦੁਨੀਆ 'ਚ ਕੋਈ ਨਹੀਂ ਸੀ। ਕਿਸੇ ਨੂੰ ਸਾਡੇ ਤੇ ਚਿੱਕੜ ਉਛਾਲਦੇ ਹੋਏ ਦੇਰ ਨਾ ਲੱਗਦੀ ਤੇ ਸਾਡੇ ਕੋਲ ਤਾਂ ਲੋਕਾਂ ਦੇ ਸਵਾਲਾਂ ਦਾ ਕੋਈ ਜਵਾਬ ਵੀ ਨਾ ਹੁੰਦਾ। ਇਹੀ ਸਭ ਕੁਝ ਸੋਚ ਕੇ ਮੈਂ ਵਾਪਸ ਜਾਣਾ ਚਾਹੁੰਦੀ ਸੀ, ਪਰ ਡਾਕਟਰ ਦੀ ਧਮਕੀ ਯਾਦ ਆ ਗਈ ਤੇ ਮੈਂ ਹਿੰਮਤ ਕਰਕੇ ਪੁਲਿਸ ਸਟੇਸ਼ਨ ਦੇ ਅੰਦਰ ਚਲੀ ਗਈ। ਪੁਲਿਸ ਸਟੇਸ਼ਨ ਦੇ ਅੰਦਰ ਜਾਂਦੇ ਹੀ ਮੈਂ ਚਾਰੇ ਪਾਸੇ ਦੇਖਿਆ, ਸਾਰੇ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਸਨ। ਮੈਂ ਜ਼ਿੰਦਗੀ 'ਚ ਪਹਿਲੀ ਵਾਰ ਪੁਲਿਸ ਸਟੇਸ਼ਨ ਆਈ ਸੀ ਤੇ ਇਹੀ ਪ੍ਰਾਰਥਨਾ ਕਰ ਰਹੀ ਸੀ ਕਿ ਭਗਵਾਨ ਕਿਸੇ ਨੂੰ ਪੁਲਿਸ ਸਟੇਸ਼ਨ ਦਾ ਮੂੰਹ ਨਾ ਦਿਖਾਵੇ। ਇੱਕ ਅਫਸਰ ਨੇ ਮੈਥੋਂ ਪੁੱਛਿਆ, ਕੀ ਹੋਇਆ ਮੈਡਮ, ਇੱਥੇ ਕਿਵੇਂ ਆਏ ਹੋ? ਮੈਂ ਉਸਨੂੰ ਕਿਹਾ ਕਿ ਇੱਕ ਰਿਪੋਰਟ ਲਿਖਵਾਉਣੀ ਹੈ। ਉਸਨੇ ਕਿਹਾ ਕਿ ਠੀਕ ਹੈ ਮੈਡਮ, ਬੈਠੋ। ਮੈਂ ਸਾਹਮਣੇ ਰੱਖੀ ਹੋਈ ਕੁਰਸੀ ਤੇ ਬੈਠ ਗਈ ਤੇ ਉਹ ਆਪਣਾ ਮੋਬਾਈਲ ਉਠਾ ਕੇ ਚਲਾਉਣ ਲੱਗਿਆ। ਮੈਂ ਉਸਨੂੰ ਆਪਣੀ ਸਾਰੀ ਗੱਲ ਦੱਸੀ, ਘਰ 'ਚ ਰਾਸ਼ਨ ਆਉਣ ਤੋਂ ਲੈ ਕੇ ਸਾਡੀ ਤਬੀਅਤ ਖਰਾਬ ਹੋਣ ਤੱਕ। ਫਿਰ ਮੈਂ ਉਸਨੂੰ ਪ੍ਰੈਗਨੈਂਟ ਵਾਲੀ ਗੱਲ ਵੀ ਦੱਸ ਦਿੱਤੀ। ਉਹ ਮੇਰੀ ਸਾਰੀ ਗੱਲ ਸੁਣ ਕੇ ਬਹੁਤ ਸਕੂਨ ਨਾਲ ਬੋਲਿਆ ਕਿ ਤੁਸੀਂ ਫਿਕਰ ਨਾ ਕਰੋ ਮੈਡਮ, ਤੁਹਾਡਾ ਮੁਜਰਮ ਫੜਿਆ ਗਿਆ ਹੈ। ਮੈਂ ਹੈਰਾਨੀਆਂ ਭਰੀ ਨਜ਼ਰਾਂ ਨਾਲ ਉਸ ਵੱਲ ਦੇਖਿਆ ਤਾਂ ਉਸਨੇ ਮੈਨੂੰ ਦੱਸਿਆ ਕਿ ਕੁਝ ਦਿਨਾਂ ਤੋਂ ਸਾਡੇ ਕੋਲ ਅਜਿਹੀਆਂ ਹੀ ਰਿਪੋਰਟਾਂ ਆ ਰਹੀਆਂ ਸਨ ਕਿ ਲੋਕਾਂ ਦੇ ਘਰਾਂ ਦੇ ਬਾਹਰ ਉਹਨਾਂ ਨੂੰ ਰਾਸ਼ਨ ਮਿਲਦਾ ਹੈ ਤੇ ਜਦੋਂ ਉਹ ਲੋਕ ਉਸ ਰਾਸ਼ਨ ਨੂੰ ਖਾਂਦੇ ਤਾਂ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ। ਜਦੋਂ ਚੈੱਕਅਪ ਕਰਵਾਉਂਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਉਹ ਪ੍ਰੈਗਨੈਂਟ ਹਨ। ਸਾਨੂੰ ਪਿਛਲੇ ਕੁਝ ਦਿਨਾਂ ਤੋਂ ਇਸ ਮੁਜਰਮ ਦੀ ਭਾਲ ਸੀ। ਆਖਰ ਅਸੀਂ ਉਸ ਮੁਜਰਮ ਨੂੰ ਫੜ ਲਿਆ ਹੈ ਤੇ ਉਹ ਜੇਲ੍ਹ 'ਚ ਬੰਦ ਹੈ। ਜੇਕਰ ਤੁਸੀਂ ਚਾਹੋ ਤਾਂ ਉਸ ਨੂੰ ਮਿਲ ਸਕਦੇ ਹੋ। ਇੰਸਪੈਕਟਰ ਦੀ ਗੱਲ ਸੁਣ ਕੇ ਮੈਨੂੰ ਖੁਸ਼ੀ ਹੋਈ
ਕਿ ਚਲੋ ਸਾਡੇ ਮੁਲਜ਼ਮ ਨੂੰ ਸਜ਼ਾ ਤਾਂ ਮਿਲੀ, ਨਾਲ ਹੀ ਮੈਂ ਸੋਚਣ ਲੱਗੀ ਕਿ ਹੁਣ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ। ਫਿਰ ਮੈਂ ਸੋਚਿਆ ਕਿ ਭਗਵਾਨ ਨੇ ਵੀ ਇਸ ਵਾਰ ਸਾਡੀ ਮਦਦ ਕੀਤੀ ਸੀ, ਅੱਗੇ ਵੀ ਉਹੀ ਸਾਡੀ ਮਦਦ ਕਰੇਗਾ। ਇਹ ਸੋਚਦੇ ਸੋਚਦੇ ਮੈਂ ਜੇਲ੍ਹ ਤੱਕ ਪਹੁੰਚੀ ਤੇ ਜਿਵੇਂ ਹੀ ਮੈਂ ਉਸ ਮੁਜਰਮ ਨੂੰ ਦੇਖਿਆ ਤਾਂ ਮੇਰੀਆਂ ਤਾਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਅਜਿਹਾ ਲੱਗ ਰਿਹਾ ਸੀ ਜਿਵੇਂ ਮੇਰੇ ਸਾਹ ਰੁਕ ਗਏ ਹਨ। ਹੁਣ ਮੈਨੂੰ ਦੁਬਾਰਾ ਸਾਹ ਨਹੀਂ ਆਵੇਗਾ। ਮੇਰੇ ਤੇ ਜਿਵੇਂ ਪਹਾੜ ਜਿਹਾ ਡਿੱਗ ਗਿਆ ਸੀ। ਮੇਰੀਆਂ ਧੀਆਂ ਦੀ ਹਾਲਤ ਵੀ ਮੇਰੇ ਵਰਗੀ ਹੀ ਹੋ ਰਹੀ ਸੀ। ਮੇਰੀ ਧੀਆਂ ਨੇ ਤੇ ਮੈਂ ਹੈਰਾਨੀ ਨਾਲ ਇੱਕ ਦੂਜੇ ਨੂੰ ਦੇਖਿਆ ਤੇ ਫਿਰ ਉਸ ਆਦਮੀ ਨੂੰ ਦੇਖਣ ਲੱਗੇ, ਕਿਉਂਕਿ ਅਸੀਂ ਜੋ ਦੇਖ ਰਹੇ ਸੀ ਸਾਨੂੰ ਉਸ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ, ਕਿਉਂਕਿ ਉਹ ਆਦਮੀ ਕੋਈ ਹੋਰ ਨਹੀਂ ਸਗੋਂ। ਦੋਸਤੋ, ਜੇਕਰ ਤੁਸੀਂ ਸਾਡੀ ਇਸ ਕਹਾਣੀ ਦਾ ਅਗਲਾ ਹਿੱਸਾ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਗਿਆਨ ਦੀਆਂ ਗੱਲਾਂ 'ਤੇ। ਧੰਨਵਾਦ।